ਮਿਲ ਮਾਤ ਪਿਤਾ ਪਿੰਡ ਕਮਾਇਆ, ਵੀ ਕਰਤਾਰ ਦੀ ਰਜਾ ਵਿੱਚ, ਕਰਤਾਰ ਦੀ ਮਰਜ਼ੀ ਅਨੁਸਾਰ, ਉਹਦੇ ਹੁਕਮ ਵਿੱਚ ਭਾਈ ਇਹ ਜਿਹੜਾ ਤੈਨੂੰ ਸਰੀਰ ਪ੍ਰਾਪਤ ਹੋਇਆ ਹੈ, ਇਹ ਤੇਰੇ ਮਾਤਾ ਪਿਤਾ ਦੇ ਮਿਲਾਪ ਰਾਹੀਂ, ਮਿਲ ਮਾਤ ਪਿਤਾ, ਮਾਤਾ ਪਿਤਾ ਦੇ ਮਿਲਾਪ ਰਾਹੀਂ ਭਾਈ ਕਰਤਾਰ ਦੀ ਰਜਾ ਵਿੱਚ, ਉਹਦੇ ਹੁਕਮ ਵਿੱਚ ਇਹ ਤੈਨੂੰ ਸਰੀਰ ਪ੍ਰਾਪਤ ਹੋਇਆ ਹੈ। ਤਿਨ ਕਰਤੈ ਲੇਖ ਲਿਖਾਇਆ, ਕਰਤਾਰ ਦੇ ਹੁਕਮ ਵਿੱਚ ਭਾਈ ਜਿੱਥੇ ਤੇਰੇ ਸਰੀਰ ਦੀ ਰਚਨਾ ਤੇਰੇ ਮਾਤਾ ਪਿਤਾ ਦੇ ਰਾਹੀਂ ਹੋਈ, ਤੂੰ ਸੰਸਾਰ ਤੇ ਆਇਆ, ਉੱਥੇ ਪਰਿਪੂਰਨ ਪਰਮਾਤਮਾ ਨੇ ਤੇਰੇ ਮਸਤਕ ਤੇ ਲੇਖ ਲਿਖ ਕੇ ਤੈਨੂੰ ਸੰਸਾਰ ਤੇ ਭੇਜਿਆ ਹੈ। ਤਿਨ ਕਰਤੈ ਲੇਖ ਲਿਖਾਇਆ, ਸਰੀਰ ਦੀ ਪ੍ਰਾਪਤੀ ਮਾਤਾ ਪਿਤਾ ਦੇ ਰਾਹੀਂ ਹੋਈ, ਤੇ ਜਿਹੜੇ ਲੇਖ ਨੇ ਉਹ ਕਰਤੇ ਨੇ ਆਪ ਲਿਖ ਕੇ ਤੈਨੂੰ ਸੰਸਾਰ ਤੇ ਭੇਜਿਆ। ਲਿਖ ਦਾਤ ਜੋਤ ਵਡਿਆਈ, ਲੇਖ ਕੀ ਲਿਖੇ ਨੇ ਕਿ ਉਸ ਮਾਲਕ ਦੀਆਂ ਜੋ ਬਖਸ਼ਾਂ ਨੇ ਭਾਈ, ਤੂੰ ਉਹਨਾਂ ਨੂੰ ਵਿਚਾਰਨਾ ਹੈ, ਉਹਨਾਂ ਨੂੰ ਚੇਤੇ ਕਰਨਾ ਹੈ। ਤੂੰ ਮਾਲਕ ਦੀ ਜੋ ਵਡਿਆਈ ਹੈ ਭਾਈ ਪਰਮਾਤਮਾ ਦੀ, ਤੂੰ ਸੰਸਾਰ ਤੇ ਰਹਿ ਕੇ ਸਿਫਤ ਸਲਾਹ ਕਰਨੀ ਸੀ, ਮਾਲਕ ਦੀਆਂ ਬਖਸ਼ਾਂ ਨੂੰ ਤੂੰ ਚਿਤਾਰਨਾ ਸੀ, ਯਾਦ ਕਰਕੇ ਬਖਸ਼ਾਂ ਨੂੰ ਮਾਲਕ ਦੀ ਇਬਾਦਤ ਕਰਨੀ ਸੀ, ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸੀ, ਉਹਨੂੰ ਯਾਦ ਕਰਨਾ ਸੀ। ਪਰ ਹੋਇਆ ਕਿ ਮਿਲ ਮਾਇਆ ਸੁਰਤ ਗਵਾਈ, ਜਿਹੜੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਨੀ ਸੀ, ਪ੍ਰਭੂ ਚਰਨਾਂ ਵਿੱਚ ਜੁੜ ਕੇ ਜਿਸ ਸੁਰਤ ਦੇ ਰਾਹੀਂ ਤੂੰ ਪ੍ਰਭੂ ਵਿੱਚ ਅਭੇਦ ਹੋਣਾ ਸੀ, ਪ੍ਰਭੂ ਵਿੱਚ ਮਿਲਣਾ ਸੀ ਭਾਈ, ਉਹ ਸੁਰਤੀ ਤੇਰੀ ਦੁਨਿਆਵੀ ਪਦਾਰਥਾਂ ਵਿੱਚ ਲੱਗ ਗਈ। ਮਿਲ ਮਾਇਆ ਸੁਰਤ ਗਵਾਈ ਤੇ ਪ੍ਰਭੂ ਨੂੰ ਵਿਸਾਰ ਦਿੱਤਾ, ਪਰਿਪੂਰਨ ਪਰਮਾਤਮਾ ਨੂੰ ਭਾਈ ਤੂੰ ਭੁੱਲ ਬੈਠਾ, ਤੇਰੀ ਸੁਰਤੀ ਦੁਨਿਆਵੀ ਪਦਾਰਥਾਂ ਵਿੱਚ ਲੱਗ ਗਈ। ਜੋ ਸੁਰਤੀ ਪ੍ਰਭੂ ਚਰਨਾਂ ਵਿੱਚ ਪ੍ਰਭੂ ਨਾਮ ਵਿੱਚ ਜੁੜਨੀ ਸੀ, ਉਹ ਦੁਨਿਆਵੀ ਪਦਾਰਥਾਂ ਵਿੱਚ ਖਚਤ ਹੋ ਕੇ ਰਹਿ ਗਈ। ਕਿਉਂਕਿ ਜਿਸ ਮਾਲਕ ਦੇ ਰਾਹੀਂ ਤੈਨੂੰ ਇਹ ਅਨਮੋਲ ਮਨੁੱਖਾ ਸਰੀਰ ਮਿਲਿਆ ਹੈ, ਜਿਸ ਪਰਿਪੂਰਨ ਪਰਮਾਤਮਾ ਨੇ ਤੇਰੇ ਮਸਤਕ ਤੇ ਲੇਖ ਲਿਖ ਕੇ ਤੈਨੂੰ ਸੰਸਾਰ ਤੇ ਭੇਜਿਆ, ਜੋ ਤੇਰਾ ਪ੍ਰਤਪਾਲਕ ਹੈ, ਤੈਨੂੰ ਪਾਲਣ ਵਾਲਾ ਹੈ, ਜੋ ਤੂੰ ਲੇਖ ਲਿਖਾਏ ਸਨ, ਪਰਮਾਤਮਾ ਦੇ ਨਾਲ ਜੋੜ ਤੇਰਾ ਵਾਅਦਾ ਸੀ ਵੀ ਸੰਸਾਰ ਤੇ ਜਾ ਕੇ ਮੈਂ ਮਾਲਕ ਤੈਨੂੰ ਯਾਦ ਕਰਾਂਗਾ। ਪਰ ਸੰਸਾਰ ਤੇ ਆਉਂਦਿਆਂ ਤੂੰ ਦੁਨਿਆਵੀ ਪਦਾਰਥ ਮੋਹ ਮਾਇਆ ਵਿੱਚ ਭਾਈ ਖਚਤ ਹੋ ਗਿਆ ਤੇ ਪਰਮਾਤਮਾ ਨੂੰ ਭੁਲਾ ਬੈਠਾ। ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚੱਲਣਾ ਖਸਮੈ ਭਾਣਾ। ਆਖਦੇ ਨੇ ਇਹ ਮੂਰਖ ਮਨ, ਇਹ ਜੋ ਦੁਨਿਆਵੀ ਪਦਾਰਥ ਨੇ, ਇਹਨਾਂ ਦਾ ਤੂੰ ਕਾਹਦਾ ਮਾਣ ਕਰ ਰਿਹਾ ਹੈ, ਇਹਨਾਂ ਦਾ ਕਿਸ ਗੱਲ ਦਾ ਮਾਣ। ਉੱਠ ਚੱਲਣਾ ਖਸਮੈ ਭਾਣਾ, ਇਹ ਸੰਸਾਰ ਤੋਂ ਭਾਈ ਜਾਣੇ, ਜਦੋਂ ਮਾਲਕ ਦਾ ਹੁਕਮ ਆ ਗਿਆ ਸੰਸਾਰ ਛੱਡ ਕੇ, ਦੁਨਿਆਵੀ ਪਦਾਰਥ ਛੱਡ ਕੇ ਤੈਨੂੰ ਜਾਣਾ ਪਏਗਾ, ਤੇ ਫਿਰ ਦੁਨਿਆਵੀ ਪਦਾਰਥਾਂ ਦਾ ਮਾਣ ਕਾਹਦਾ ਰਹਾ। ਤਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹਿ ਨਾ ਕੋਈ। ਤੂੰ ਦੁਨਿਆਵੀ ਪਦਾਰਥਾਂ ਵਿੱਚ ਸੁੱਖ ਲੱਭ ਰਿਹਾ ਹੈ, ਵੀ ਸੁੱਖ ਮਿਲ ਜੇ, ਆਤਮਿਕ ਆਨੰਦ ਮਿਲ ਜੇ। ਗੁਰੂ ਸਾਹਿਬ ਆਖਦੇ ਨੇ ਜੇ ਸੁੱਖ ਆਤਮਿਕ ਆਨੰਦ ਤੈਨੂੰ ਚਾਹੀਦਾ ਹੈ, ਫਿਰ ਦੁਨਿਆਵੀ ਪਦਾਰਥ ਮੋਹ ਮਾਇਆ ਦਾ ਜੋ ਚਸਕਾ ਹੈ, ਦੁਨਿਆਵੀ ਪਦਾਰਥਾਂ ਦਾ ਸਵਾਦ, ਇਹ ਭਾਈ ਤੈਨੂੰ ਤਿਆਗਣਾ ਪਵੇਗਾ ਤੇ ਸੁਰਤ ਪ੍ਰਭੂ ਚਰਨਾਂ ਵਿੱਚ ਜੋੜਨੀ ਪਵੇਗੀ, ਪ੍ਰਭੂ ਦਾ ਨਾਮ ਜਪਣਾ ਪਵੇਗਾ। ਨਾਮ ਜਪ ਕੇ ਤੈਨੂੰ ਸੁੱਖ ਮਿਲਣਾ ਹੈ, ਆਤਮਿਕ ਆਨੰਦ ਦੀ ਪ੍ਰਾਪਤੀ ਹੋਣੀ ਹੈ। ਅੱਗੇ ਗੁਰੂ ਸਾਹਿਬ ਆਖਦੇ ਨੇ ਘਰ ਛੱਡਣੇ ਰਹਿ ਨਾ ਕੋਈ, ਵੀ ਇਹ ਜਿਹੜੇ ਦੁਨਿਆਵੀ ਪਦਾਰਥ ਨੇ, ਜੋ ਘਰ ਬਾਰ ਹੈ, ਵੀ ਕੋਈ ਵੀ ਐਸਾ ਨਹੀਂ ਸੰਸਾਰ ਤੇ ਹੁਣ ਤੱਕ ਜਿਸ ਨੇ ਇਹਨਾਂ ਦਾ ਤਿਆਗ ਨਾ ਕੀਤਾ ਹੋਵੇ। ਭਾਈ ਤੂੰ ਜਿਉਂਦੇ ਜੀ ਨਾ ਤਿਆਗ ਕਰ ਦੁਨਿਆਵੀ ਪਦਾਰਥਾਂ ਦਾ। ਤੈਨੂੰ ਘਰ ਦਾ ਮੋਹ ਹੈ, ਘਰ ਦੇ ਪਦਾਰਥਾਂ ਦੇ ਨਾਲ ਤੈਨੂੰ ਮੋਹ ਹੈ, ਪਰਿਵਾਰ ਦਾ ਮੋਹ ਹੈ। ਗੁਰੂ ਸਾਹਿਬ ਆਖਦੇ ਨੇ ਇੱਕ ਗੱਲ ਯਾਦ ਰੱਖ, ਕੋਈ ਵੀ ਐਸਾ ਨਹੀਂ ਸੰਸਾਰ ਤੇ ਜੋ ਭਾਈ ਘਰ ਬਾਰ ਪਰਿਵਾਰ ਛੱਡ ਕੇ ਨਾ ਗਿਆ ਹੋਵੇ। ਹਰੇਕ ਨੂੰ ਜਾਣਾ ਪਿਆ ਹੈ, ਘਰ ਛੱਡਣੇ ਰਹਿ ਨਾ ਕੋਈ। ਕੋਈ ਨਹੀਂ ਐਸਾ ਰਿਹਾ ਜੋ ਸਦਾ ਸੰਸਾਰ ਤੇ ਰਹਿ ਗਿਆ ਹੋਵੇ। ਅੱਗੇ ਸਤਿਗੁਰੂ ਜੀ ਨੇ ਸਾਡੇ ਮਨ ਦੀ ਹਾਲਤ ਨੂੰ ਬਿਆਨ ਕੀਤਾ ਹੈ
ਕਿਛ ਖਾਜੈ ਕਿਛ ਧਰ ਜਾਈਐ। ਜੋ ਸਾਡੀ ਸੋਚ ਹੈ, ਜਿਹਨੂੰ ਲੈ ਕੇ ਅਸੀਂ ਸੰਸਾਰ ਤੇ ਜਿਉਂਦੇ ਹਾਂ, ਵੀ ਕੁਝ ਖਾ ਪੀ ਲਈਏ ਤੇ ਕੁਝ ਜੋੜ ਕੇ ਰੱਖ ਜਾਈਏ। ਕਿਛ ਖਾਜੈ, ਖਾਜੈ ਤੋਂ ਭਾਵ ਹੈ ਖਾਣਾ। ਕਿਛ ਧਰ ਜਾਈਐ, ਵੀ ਮਿਹਨਤ ਮਸਕਤ ਕਰਕੇ ਭਾਈ ਜੋ ਧਨ ਕਮਾਇਆ, ਕੁਝ ਖਾ ਪੀ ਲਈਏ ਦਾ ਸੁੱਖ ਲੈ ਲਈਏ ਤੇ ਕੁਝ ਪਿੱਛੇ ਬੱਚਿਆਂ ਪਰਿਵਾਰ ਵਾਸਤੇ ਛੱਡ ਕੇ ਤੁਰ ਜਾਈਏ। ਇਹ ਹੈ ਸਾਡੀ ਸੋਚ। ਪਰ ਗੁਰੂ ਸਾਹਿਬ ਆਖਦੇ ਨੇ ਵੀ ਜਿਹੜਾ ਤੂੰ ਛੱਡ ਕੇ ਜਾਣ ਵਾਸਤੇ ਧਨ ਇਕੱਤਰ ਕਰ ਰਿਹਾ, ਵੀ ਮੈਂ ਜੋੜ ਕੇ ਜਾਵਾਂ, ਪਿੱਛੇ ਛੱਡ ਕੇ ਜਾਵਾਂ, ਉਹ ਤੇਰਾ ਕਾਹਦੇ ਕੰਮ ਦਾ? ਜੋੜਿਆ ਤਾਂ ਤੈਨੂੰ ਲਾਭਵੰਦ ਹੈ, ਫਾਇਦੇਮੰਦ ਹੈ। ਜੇ ਮੁੜ ਕੇ ਸੰਸਾਰ ਤੇ ਆਉਣਾ ਹੋਵੇ ਤੇ ਇਸ ਧਨ ਨੂੰ ਵਰਤਣਾ ਹੋਵੇ। ਤੂੰ ਜੋੜਿਆ, ਸੰਸਾਰ ਤੋਂ ਚਲਾ ਗਿਆ, ਧਨ ਤੇਰੇ ਲਈ ਬਗਾਨਾ ਹੋ ਗਿਆ। ਹੁਣ ਜੋੜ ਕੇ ਛੱਡ ਕੇ ਜਾਣਾ, ਇਹ ਤਾਂ ਤੇਰੇ ਲਈ ਫਾਇਦੇਮੰਦ ਹੈ ਜੇ ਮੁੜ ਕੇ ਆਉਣਾ ਹੋਵੇ। ਜੇ ਬਹੁੜ ਤੋਂ ਭਾਵ ਹੈ ਮੁੜ ਕੇ ਦੁਨੀਆ ਆਈ ਹੈ, ਜੇ ਮੁੜ ਕੇ ਫੇਰ ਇਸ ਸੰਸਾਰ ਵਿੱਚ ਆਉਣਾ ਹੋਵੇ, ਵੀ ਜੋ ਧਨ ਮੈਂ ਜੋੜਿਆ ਉਹਨੂੰ ਮੈਂ ਫੇਰ ਆ ਕੇ ਖਰਚਾਂਗਾ, ਐਸਾ ਤਾਂ ਹੈ ਨਹੀਂ ਨਾ। ਵੀ ਇੱਕ ਵਾਰੀ ਸਰੀਰ ਵਿੱਚੋਂ ਸਵਾਸ ਨਿਕਲੇ, ਬਸ ਮੁੜ ਕੇ ਸਾਰੀ ਖੇਡ ਖਤਮ। ਪਰ ਗੁਰੂ ਸਾਹਿਬ ਆਖਦੇ ਨੇ ਮਨੁੱਖ ਦੀ ਸੋਚ ਇਹੀ ਹੈ, ਇਸ ਸੋਚ ਨੂੰ ਲੈ ਕੇ ਜੀਵ ਜ਼ਿੰਦਗੀ ਜਿਉਂਦਾ ਹੈ, ਵੀ ਕੁਝ ਖਾਧਾ ਪੀਤਾ ਜਾਏ ਤੇ ਕੁਝ ਜੋੜ ਕੇ ਰੱਖ ਦਿੱਤਾ ਜਾਏ। ਪਰ ਗੁਰੂ ਸਾਹਿਬ ਆਖਦੇ ਨੇ ਭਾਈ ਮੁੜ ਕੇ ਤਾਂ ਆਉਣਾ ਨਹੀਂ, ਫਿਰ ਜੋੜਨਾ ਕਾਹਦੇ ਵਾਸਤੇ ਜਦੋਂ ਨਾਲ ਹੀ ਕੁਝ ਨਹੀਂ ਜਾਣਾ। ਜੇ ਜੋੜਨਾ ਹੀ ਤੇ ਪ੍ਰਮਾਤਮਾ ਦਾ ਨਾਮ ਜੋੜ, ਨਾਮ ਰੂਪੀ ਧਨ ਜੋੜਨਾ ਕਰ, ਇਕੱਤਰ ਕਰ। ਜਿਸ ਧਨ ਨੂੰ ਜੋੜਿਆ ਤੈਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਵੀ ਆਤਮਿਕ ਆਨੰਦ ਸੁੱਖ ਮਿਲੇਗਾ। ਤੇ ਜਦੋਂ ਜਾਵੇਂਗਾ ਭਾਈ, ਸਰੀਰ ਭਾਵੇਂ ਨਾਲ ਨਹੀਂ ਜਾਏਗਾ, ਪਰ ਤੇਰਾ ਨਾਮ ਰੂਪੀ ਧਨ, ਪ੍ਰਮਾਤਮਾ ਦਾ ਜਪਿਆ ਹੋਇਆ ਨਾਮ, ਇਹ ਤੇਰੇ ਨਾਲ ਜਾਵੇਗਾ। ਸਾਜੇ ਕਾਇਆ ਪਟ ਹੰਢਾਏ, ਪਟ ਤੋਂ ਭਾਵੈ ਰੇਸ਼ਮ। ਵੀ ਮਨੁੱਖ ਸਾਰੀ ਜ਼ਿੰਦਗੀ ਆਪਣੇ ਸਰੀਰ ਨੂੰ ਸਵਾਰਦਾ ਸਜਾਉਂਦਾ ਹੈ, ਤਰ੍ਹਾਂ ਤਰ੍ਹਾਂ ਦੇ ਆਖਦੇ ਨੇ ਗਲ ਵਿੱਚ ਹਾਰ ਪਾਉਂਦਾ ਹੈ, ਗਾਨੀਆਂ ਪਾਉਂਦਾ ਹੈ, ਰੇਸ਼ਮੀ ਕੱਪੜੇ ਪਾਉਂਦਾ ਹੈ। ਸੱਜ ਕਾਇਆ, ਸੱਜ ਤੋਂ ਭਾਵੈ ਹਾਰ, ਕਾਇਆ ਤੋਂ ਭਾਵੈ ਸਰੀਰ, ਪਟ ਤੋਂ ਭਾਵੈ ਰੇਸ਼ਮ। ਸੱਜ ਕਾਇਆ ਪਟ ਹੰਢਾਏ, ਵਧੀਆ ਵਧੀਆ ਰੇਸ਼ਮੀ ਕੱਪੜੇ ਪਾਉਂਦਾ ਹੈ। ਫਰਮਾਇਸ਼ ਬਹੁਤ ਚਲਾਏ, ਫਰਮਾਇਸ਼ ਤੋਂ ਭਾਵੈ ਹੁਕਮ। ਤੇ ਚਾਹੁੰਦਾ ਵੀ ਸੰਸਾਰ ਤੇ ਮੇਰਾ ਹੁਕਮ ਚੱਲੇ, ਵੀ ਜੋ ਮੈਂ ਕਹਾਂ ਉਹਨੂੰ ਸਾਰੇ ਮੰਨ ਲੈਣ। ਵੀ ਤੂੰ ਬਹੁਤ ਸੰਸਾਰ ਤੇ ਰਹਿ ਕੇ ਭਾਈ ਹੁਕਮ ਵੀ ਚਲਾਉਣਾ, ਵੀ ਚਾਹੁੰਦਾ ਮੇਰਾ ਹੁਕਮ ਚੱਲੇ। ਕਰ ਸੇਜ ਸੁਖਾਲੀ ਸੋਵੈ, ਤੇ ਆਪਣੇ ਪਲੰਗ ਨੂੰ ਆਖਦੇ ਨੇ ਬਿਸਤਰੇ ਨੂੰ ਚੰਗੀ ਤਰ੍ਹਾਂ ਸਵਾਰ ਸਜਾ ਕੇ ਮਖਮਲੀ ਸੇਜਾਂ ਤੇ ਤੂੰ ਭਾਈ ਸੌਂਦਾ। ਕਹਿਣ ਤੋਂ ਭਾਵੇਂ ਦੁਨਿਆਵੀ ਪਦਾਰਥਾਂ ਵਿੱਚ ਖਚਤ ਹੋ ਗਏ ਹੈ। ਸਰੀਰ ਨਾਸਵੰਤ ਹੈ, ਸਰੀਰ ਨੂੰ ਸਜਾਉਣ ਤੇ ਜ਼ੋਰ ਦਿੱਤਾ ਹੈ, ਤੇ ਚਾਹੁੰਦਾ ਵੀ ਮੇਰਾ ਹੁਕਮ ਚੱਲੇ, ਜੋ ਮੈਂ ਕਹਾਂ ਸਾਰੇ ਮੰਨ ਲੈਣ, ਸਾਰੇ ਮੇਰੀ ਈਨ ਮੰਨਣ। ਤੇ ਵਧੀਆ ਵਧੀਆ ਆਖਦੇ ਨੇ ਤੂੰ ਭਾਈ ਕਰ ਸੇਜ ਸੁਖਾਲੀ ਸੋਵੈ, ਵਧੀਆ ਬਿਸਤਰਾ ਲਾ ਕੇ ਸਵਾਰ ਕੇ ਤੂੰ ਸੋਨਾ, ਮੈਨੂੰ ਚੰਗੀ ਨੀਂਦ ਆਵੇ। ਗੁਰੂ ਸਾਹਿਬ ਆਖਦੇ ਜਿਸ ਦਿਨ ਤੈਨੂੰ ਨੀਂਦ ਆਈ ਨਾ, ਸੰਸਾਰ ਤੋਂ ਜਾਣਾ ਪਿਆ, ਫਿਰ ਤੂੰ ਭਾਈ ਜਮਾਂ ਦੇ ਵਸ ਪਵੇਂਗਾ। ਹੱਥੀ ਪਾਉਂਦੀ ਕਾਹੇ ਰੋਵੈ, ਜਦੋਂ ਜਮਾਂ ਨੇ ਤੈਨੂੰ ਹੱਥ ਪਾਇਆ ਨਾ, ਫਿਰ ਭਾਈ ਤੈਨੂੰ ਰੋਣਾ ਪਵੇਗਾ। ਤੇਰੇ ਸਵਾਰੇ ਸਜਾਏ ਬਿਸਤਰਿਆਂ ਨੇ ਤੇਰਾ ਸਾਥ ਨਹੀਂ ਦੇਣਾ, ਤੇਰੇ ਕੰਮ ਨਹੀਂ ਆਉਣਾ। ਤੇਰਾ ਸਜਾਇਆ ਹੋਇਆ ਸਰੀਰ, ਸਵਾਰਿਆ ਹੋਇਆ, ਇਹਨੇ ਵੀ ਭਾਈ ਤੇਰੇ ਨਾਲ ਨਹੀਂ ਜਾਣਾ। ਦੁਨੀਆ ਤੇ ਰਹਿੰਦਿਆਂ ਤੂੰ ਹੁਕਮ ਚਲਾਉਣਾ, ਪਰ ਜਮਾਂ ਅੱਗੇ ਭਾਈ ਤੇਰਾ ਜਾ ਕੇ ਹੁਕਮ ਵੀ ਨਹੀਂ ਚੱਲਣਾ, ਉਹਨਾਂ ਨੇ ਤੈਨੂੰ ਅੱਗੇ ਲਾ ਲੈਣਾ। ਘਰ ਘੁੰਮਣ ਵਾਣੀ ਭਾਈ, ਇਹ ਜਿਹੜਾ ਘਰ ਬਾਰ ਹੈ, ਘਰ ਦੇ ਪਦਾਰਥ ਨੇ, ਘਰ ਦਾ ਮੋਹ ਹੈ। ਗੁਰੂ ਸਾਹਿਬ ਆਖਦੇ ਨੇ ਦਰਿਆ ਦੇ ਘੁੰਮਣ ਘੇਰੀ ਵਾਂਗੂ ਹੈ। ਜਿਹਦੇ ਵਿੱਚ ਮਨੁੱਖ ਫਸ ਜੇ, ਉਸ ਘੁੰਮਣ ਘੇਰੀ ਵਿੱਚੋਂ ਤਰ ਕੇ ਬਾਹਰ ਨਹੀਂ ਨਿਕਲਿਆ ਜਾ ਸਕਦਾ, ਕਿਉਂਕਿ ਪਾਣੀ ਦਾ ਉੱਥੇ ਅੰਦਾਜ਼ਾ ਨਹੀਂ ਲੱਗਦਾ ਜਿੱਥੇ ਘੁੰਮਣ ਘੇਰੀ ਹੋਵੇ। ਇਹ ਜੋ ਘਰ-ਬਾਰ ਦਾ ਮੋਹ ਹੈ, ਦੁਨਿਆਵੀ ਪਦਾਰਥ ਨੇ, ਗੁਰੂ ਸਾਹਿਬ ਨੇ ਦੀ ਤੁਲਨਾ ਪਾਣੀ ਦੀ ਘੁੰਮਣ ਘੇਰੀ ਨਾਲ ਕੀਤੀ ਹੈ। ਪਾਪ ਪੱਥਰ ਤਰਨ ਨਾ ਜਾਈ, ਵੀ ਆਪਣੇ ਜੀਵਨ ਵਿੱਚ ਪਾਪਾਂ ਰੂਪੀ ਪੱਥਰ ਲੱਦ ਕੇ
ਤੇ ਤੂੰ ਸੋਚੇ ਵੀ ਜੀਵਨ ਰੂਪੀ ਬੇੜੀ ਮੇਰੀ ਇਸ ਘੁੰਮਣ ਘੇਰੀ ਵਿੱਚੋਂ ਪਾਰ ਲੰਘ ਜਾਵੇਗੀ। ਕਹਿਣ ਤੋਂ ਭਾਵ ਚੰਗਾ ਕੰਮ ਤੂੰ ਕਰੇ ਨਾ ਕੀਤੇ ਹੁਣ ਪਾਪ, ਤੇ ਪਾਪਾਂ ਰੂਪੀ ਪੱਥਰ ਜੀਵਨ ਰੂਪੀ ਬੇੜੀ ਵਿੱਚ ਪਾ ਕੇ ਤੂੰ ਸੋਚੇ ਵੀ ਜੀਵਨ ਰੂਪੀ ਬੇੜੀ ਮੇਰੀ ਪਾਰ ਲੰਘ ਜਾਏਗੀ। ਕਹਿਣ ਤੋਂ ਭਾਵ ਵੀ ਮੇਰਾ ਪਾਰ ਉਤਾਰਾ ਹੋ ਜਾਏਗਾ ਚੰਗੇ ਕਰਮ ਕੀਤਿਆਂ ਬਗੈਰ, ਨਾਮ ਜਪਣ ਤੋਂ ਬਗੈਰ। ਗੁਰੂ ਸਾਹਿਬ ਆਖਦੇ ਨੇ ਭਾਈ ਨਹੀਂ, ਤੇਰਾ ਪਾਰ ਉਤਾਰਾ ਤਾਂ ਹੋਣਾ ਹੈ। ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ, ਭਾਉ ਬੇੜਾ ਜੀਉ ਚੜਾਊ, ਵੀ ਪਰਮਾਤਮਾ ਦਾ ਅਦਬ ਭੈ ਇਹ ਤੇਰੇ ਮਨ ਅੰਦਰ ਹੋਵੇ। ਪਰਮਾਤਮਾ ਦਾ ਅਦਬ ਭੈ ਰੂਪੀ ਤੂੰ ਬੇੜੀ ਬਣਾਵੇਂ, ਵੀ ਤੇਰੇ ਅੰਦਰ ਪਰਮਾਤਮਾ ਦਾ ਡਰ ਹੋਵੇ, ਅਦਬ ਸਤਿਕਾਰ ਹੋਵੇ, ਵੀ ਇਸ ਅਦਬ ਸਤਿਕਾਰ ਰੂਪੀ ਤੂੰ ਬੇੜੀ ਬਣਾਈ ਹੋਵੇ ਤੇ ਇਹਦੇ ਵਿੱਚ ਤੂੰ ਸਵਾਰ ਹੋਵੇਂ। ਫੇਰ ਭਾਈ ਤੂੰ ਪਾਰ ਉਤਾਰਾ ਤੇਰਾ ਹੋ ਸਕਦਾ, ਫਿਰ ਤੂੰ ਪਾਰ ਹੋ ਸਕਦਾ। ਕਹੋ ਨਾਨਕ ਦੇਵੈ ਕਾਹੂ, ਪਰ ਗੁਰੂ ਸਾਹਿਬ ਆਖਦੇ ਨੇ ਵਿਰਲੇ ਵਿਰਲੇ ਨੂੰ ਇਹ ਸੋਝੀ ਮਿਲਦੀ ਹੈ, ਇਹ ਗਿਆਨ ਪ੍ਰਮਾਤਮਾ ਦਿੰਦਾ ਹੈ, ਸਮਝ ਲੱਗਦੀ ਹੈ ਵੀ ਪ੍ਰਮਾਤਮਾ ਦੇ ਅਦਬ ਭੈ ਰੂਪੀ ਭਾਈ ਤੈਨੂੰ ਬੇੜੀ ਬਣਾਣੀ ਪਵੇਗੀ ਤਾਂ ਤੇਰਾ ਪਾਰ ਉਤਾਰ। ਕਹਿਣ ਤੋਂ ਭਾਵ ਵੀ ਪਰਮਾਤਮਾ ਦਾ ਨਾਮ ਭਾਈ ਤੂੰ ਜਪੇਗਾ ਤਾਂ ਇਸ ਸੰਸਾਰ ਰੂਪੀ ਘੁੰਮਣ ਘੇਰੀ ਵਿੱਚੋਂ ਤੇਰੀ ਜੀਵਨ ਰੂਪੀ ਕਿਸ਼ਤੀ ਨੇ ਪਾਰ ਹੋਣਾ ਹੈ। ਸੋ ਗੁਰੂ ਸਾਹਿਬ ਨੇ ਸਾਨੂੰ ਇੱਥੇ ਸਮਝਾ ਦਿੱਤਾ ਹੈ ਵੀ ਸਭ ਕੁਝ ਜੋ ਸਰੀਰ ਮਿਲਿਆ ਇਹ ਸਭ ਮਾਲਕ ਦੀ ਘਾੜਤ ਹੈ, ਪਰਮਾਤਮਾ ਦੀ ਇੱਕ ਅਦਭੁਤ ਰਚਨਾ ਹੈ ਤੇ ਜਨਮ ਬੜਾ ਅਨਮੋਲ ਹੈ ਭਾਈ ਜੋ ਤੈਨੂੰ ਮਿਲਿਆ। ਗੁਰੂ ਸਾਹਿਬ ਆਖਦੇ ਨੇ ਇਸ ਜਨਮ ਦੀ ਸੰਭਾਲ ਕਰ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜੇਕਰ ਨਾਮ ਨਹੀਂ ਜਪਦੇ ਗੁਰੂ ਸਾਹਿਬ ਆਖਦੇ ਨੇ ਭਾਈ ਤੂੰ ਹੀਰਿਆਂ ਨੂੰ, ਜਿਵੇਂ ਕੋਈ ਅਣਜਾਣ ਮਨੁੱਖ ਕੋਡੀਆਂ ਦੇ ਭਾਅ ਲੁਟਾ ਦੇਵੇ ਹੁਣ ਹੀਰੇ, ਪਰ ਬੇਸਮਝੀ ਕਰਕੇ ਕੋਡੀਆਂ ਦੇ ਭਾਅ ਨੂੰ ਲੁਟਾ ਦੇਵੇ। ਨਾਮ ਨਾ ਜਪਣ ਕਰਕੇ ਭਾਈ ਤੇਰੀ ਹਾਲਤ ਉਸ ਅਣਜਾਣ ਮਨੁੱਖ ਵਰਗੀ ਹੈ ਜਿਹਨੂੰ ਹੀਰਿਆਂ ਦੀ ਕੀਮਤ ਦਾ ਨਹੀਂ ਪਤਾ। ਜੀਵਨ ਬੜਾ ਅਨਮੋਲ ਹੈ, ਬਹੁਤ ਸਮਾਂ ਕਈ ਜੂਨਾਂ ਵਿੱਚੋਂ ਲੰਘ ਕੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕੀੜੇ ਪਤੰਗੇ ਬਣੇ, ਫੇਰ ਜਾ ਕੇ ਅਨੇਕਾਂ ਜੂਨੀਆਂ ਵਿੱਚੋਂ ਲੰਘ ਕੇ ਪਸ਼ੂ ਪੰਛੀਆਂ ਵਿੱਚੋਂ ਫੇਰ ਜਾ ਕੇ ਸਾਨੂੰ ਮਨੁੱਖਾ ਸਰੀਰ ਮਿਲਿਆ, ਜਨਮ ਮਿਲਿਆ। ਸੋ ਸੰਭਾਲ ਕਰੀਏ, ਵਾਹਿਗੁਰੂ ਕੋਲੋਂ ਨਾਮ ਦੀ ਦਾਤ ਮੰਗੀਏ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਭੁਲਾ ਚੁਕੰਦ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।